ਕਹਾਣੀ ਦਾ ਨਾਂ ਹੈ ਮੂਨ ਦੀ ਅੱਖ ਤੇ ਕਹਾਣੀਕਾਰ ਹਨ ਮੋਹਨ ਭੰਡਾਰੀ। ਉਦਣ ਸ਼ਨਿੱਚਰਵਾਰ ਸੀ, ਸ਼ਾਇਦ ਹਾਂ ਸ਼ਨਿੱਚਰਵਾਰ ਹੋਵੇਗਾ। ਛੁੱਟੀ ਸੀ ਨਾ? ਨਹੀਂ, ਸੱਚ ਦਿੱਤੀ ਗਈ ਸੀ। ਨਹੀਂ ਤਾਂ ਇਹ ਘਟਨਾ ਕਿਉਂ ਵਾਪਰਦੀ? ਮੈਨੂੰ ਤਾਂ ਚੇਤਾ ਵੀ ਨਹੀਂ ਸੀ ਕਿ ਇਉਂ ਹੋ ਜਾਵੇਗਾ। ਮੈਂ ਡਰਿਆ ਨਹੀਂ, ਬੌਂਦਲ ਜ਼ਰੂਰ ਗਿਆ ਸਾਂ। ਤੇ ਬੌਂਦਲੇ ਹੋਏ ਬੰਦੇ ਨੂੰ ਤਿੱਥਵਾਰ ਦਾ ਚੇਤਾ ਕਿੱਥੇ ਰਹਿੰਦਾ? ਹਾਲਾਤ ਹੀ ਅਜਿਹੇ ਸਨ, ਦਿਮਾਗ 'ਚ ਤਣਾਅ ਤੇ ਧੁੰਦਲਾਪਨ। ਮੈਂ ਕੁਝ ਹੋਰ ਹੀ ਸੋਚ ਰਿਹਾ ਸਾਂ। ਕੀ ਸੋਚ ਰਿਹਾ ਸਾਂ, ਕੀ ਦੱਸਾਂ? ਚੁਪਾਸੇ ਦਹਿਸ਼ਤ ਸੀ, ਮਨ ਭਟਕਿਆ ਹੋਇਆ। ਉਸ ਸਮੇਂ ਜੋ ਮਿਲਦਾ ਇਹੀ ਕਹਿੰਦਾ, ਇਹ ਕੀ ਹੋ ਗਿਆ? ਕੀਕਣ ਹੋ ਗਿਆ, ਇਹ ਕੋਈ ਨਹੀਂ ਸੀ ਕਹਿੰਦਾ। ਬੰਦਾ ਮਾਰਿਆ ਜਾਵੇ ਤਾਂ ਸਬਰ ਕਰ ਲਈਦਾ, ਸੂਰਤ ਮਾਰੀ ਜਾਵੇ ਤਾਂ ਕੋਈ ਕੀ ਕਰੇ? ਉਦੋਂ ਇਹੀ ਹੋਇਆ। ਮਾਰੀ ਗਈ ਸੂਰਤ ਤੇ ਤਿੱਥਵਾਰ ਸਭ ਭੁੱਲ ਗਏ ਮੈਨੂੰ। ਹੁਣ ਮੁੜ ਰਹੀ ਹੈ ਸੂਰਤ, ਹੌਲੀ ਹੌਲੀ। ਘਟਨਾਵਾਂ ਯਾਦ ਆ ਰਹੀਆਂ ਨੇ ਇੱਕ ਇੱਕ ਕਰਕੇ। ਮਨ ਪੂਰੀ ਤਰ੍ਹਾਂ ਠੀਕ ਨਹੀਂ ਆਖਿਆ ਜਾ ਸਕਦਾ, ਅਸ਼ਾਂਤ ਹੈ ਅਜੇ। ਇੱਕ ਮਿੰਟ ਰੁਕੋ, ਅਸਲੀ ਗੱਲ ਤੇ ਆ ਰਿਹਾ ਹਾਂ। ਅਸਲੀ ਗੱਲ ਨਵੰਬਰ ਦਾ ਮਹੀਨਾ ਸੀ, ਚੜ੍ਹਿਆ ਹੀ ਸੀ ਅਜੇ। ਪਹਿਲਾ ਹਫ਼ਤੇ ਦਾ ਪਹਿਲਾ ਦਿਨ, 2 ਜਾਂ 3 ਤਰੀਕ। ਦਿਨ ਸ਼ਨਿੱਚਰਵਾਰ ਹੀ ਸੀ, ਸ਼ਨਿੱਚਰ ਦੀ ਰਾਤ, ਜਦੋਂ ਇਹ ਮੰਦਭਾਗੀ ਘਟਨਾ ਵਾਪਰੀ। ਸ਼ਹਿਰ 'ਚ ਦੰਗੇ ਭੜਕ ਉੱਠੇ ਸਨ। ਇੱਕ ਔਰਤ ਦਾ ਕਤਲ ਕੀ ਹੋਇਆ? ਕਤਲ ਹੋਣ ਲੱਗ ਪਏ। ਬਸ ਹੋ ਗਿਆ ਕਤਲੇਆਮ ਆਰੰਭ। ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਵੇਂ ਪੁਲਿਸ ਦੀ ਸੀ, ਪਰ ਸਾਨੂੰ ਅਲਰਟ ਰਹਿਣ ਦਾ ਆਦੇਸ਼ ਹੋ ਗਿਆ ਤੇ ਹੋ ਗਏ ਅਸੀਂ ਅਲਰਟ। ਕੀ ਪਤਾ ਕਦੋਂ ਕੀ ਹੁਕਮ ਹੋ ਜਾਵੇ। 2 ਦਿਨ ਬੀਤ ਗਏ, ਕੋਈ ਆਦੇਸ਼ ਨਹੀਂ ਤਾਂ ਕੋਈ ਐਕਸ਼ਨ ਨਹੀਂ ਤਾਂ ਦੰਗੇ ਜਾਰੀ। ਅਸੀਂ ਜ਼ਬਤ ਦੇ ਬੰਨੇ ਹੋਏ ਸਾਂ। ਅਜੀਬ ਆਵਾਜਾਰੀ ਦੇ ਦਿਨ ਸਨ, ਸਾਲਾ ਦਿਨ ਰਾਤ ਜਗਰਾਤਾ। ਤੀਜੇ ਦਿਨ ਅੱਠ ਨੇ ਕਾਲ ਆਈ, आदेश ਸੀ, जवान लोग बैरक में रहेगा, अफसर साहिबान अब आराम करो, टिल फर्दर ऑर्डर्स। ਇਹ ਟਿਲ ਫਰਦਰ ਆਰਡਰਸ ਸਾਡੇ ਦਿਮਾਗ ਵਿੱਚ ਹਥੌੜੇ ਵਾਂਗ ਵੱਜ ਰਹੇ ਸਨ। ਟਿਲ ਫਰਦਰ ਆਰਡਰਸ। ਮੈਂ ਸੁਚੇਤ ਰਹਿ ਆਰਾਮ ਕਰਨ ਵਾਸਤੇ ਕੋਠੀ ਚਲਾ ਗਿਆ, ਡਿਫੈਂਸ ਕਲੋਨੀ 'ਚ। ਇਹ ਇਲਾਕਾ ਖਤਰੇ ਤੋਂ ਬਾਹਰ ਸੀ। ਸਾਡੇ ਫੌਜੀਆਂ ਲਈ ਖਤਰੇ ਤੋਂ ਬਾਹਰ ਦੇ ਉਂਝ ਕੋਈ ਮਾਇਨੇ ਨਹੀਂ ਹੁੰਦੇ। ਟਿਲ ਫਰਦਰ ਆਰਡਰਸ 'ਚ ਆਰਾਮ ਦੇ ਕਿਆ ਮਾਨੇ? ਖੈਰ, ਅਸੀਂ ਅਜਿਹੇ ਆਦੇਸ਼ਾਂ ਦੇ ਆਦੀ ਹੋ ਚੁੱਕੇ ਹਾਂ, ਸੋ ਕਾਹਦਾ ਤਕਰਾਰ ਤੇ ਕੀ ਗਿਲਾ। ਸਾਲੇ ਇਹ ਸ਼ਬਦ ਨੇ ਨਾ ਕਿਉਂ, ਕਿਵੇਂ, ਕਿੰਤੂ, ਪਰੰਤੂ, ਇਹ ਸਾਡੀਆਂ ਡਿਕਸ਼ਨਰੀਆਂ 'ਚ ਹੈ ਹੀ ਨਹੀਂ। ਤੀਮੀ ਮੇਰੇ ਤੇ ਬੱਚੇ ਬਾਹਰ ਗਏ ਹੋਏ ਸਨ, ਸਭ ਦੇ ਸਭ। ਘਰ 'ਚ ਮੈਂ ਇਕੱਲਾ, ਪੂਰੇ 1 ਮਹੀਨੇ ਤੋਂ। ਖਾਂਦਾ ਪੀਂਦਾ ਸੌਂ ਜਾਂਦਾ, ਹੋਰ ਕੀ ਕਰਦਾ। ਪਰੇਡ ਬਥੇਰੀ ਹੋ ਗਈ। ਟੇਕ ਤਾਂ ਪਹਿਲਾਂ। ਇਹ ਪਹਿਲਾਂ ਪਿੱਛੋਂ ਦੀਆਂ ਗੱਲਾਂ ਛੱਡੋ, ਬਸ ਪੈ ਗਿਆ ਵਿਗਨ ਪਿਛਲੇ ਦਿਨੀ। ਚੰਗੀ ਮਰੀ, ਕਿਤੇ ਵੀ ਟੇਕ ਨਹੀਂ। ਦਿਨ ਰਾਤ ਅਲਰਟ ਤੇ ਉੱਤੋਂ ਸਲਾਏ ਟਿਲ ਫਰਦਰ ਆਰਡਰਸ। ਮੈਂ ਮੇਜਰ ਵੀਕੇ ਮਲਹੋਤਰਾ ਨੂੰ ਟੈਲੀਫੋਨ ਕੀਤਾ। ਹੈਲੋ ਮੇਜਰ ਚੱਡਾ ਦਿਸ ਸਾਈਡ। ਹੈਲੋ। ਹਾਂ ਮਾਈ ਸੈਲਫ। ਓ ਨੋ, ਕਮ ਔਨ ਯਾਰ, ਰਾਤ ਕੱਟਣੀ ਹੈ, 2 ਘੜੀਆਂ ਬੈਠਾਂਗੇ। ਆਹੋ, ਮੇਜਰ ਦੁਬੇ ਨੂੰ ਵੀ ਲੈਂਦਾ ਆਵੀਂ, ਬਸ ਤੁਸੀਂ ਆ ਜਾਓ। ਮੈਂ ਇਕੱਲਾ ਬੋਰ ਹੋ ਰਿਹਾ। ਯੈਸ, ਟਿਲ ਫਰਦਰ ਆਰਡਰਸ। ਹੱਸਦਿਆਂ ਮੈਂ ਟੈਲੀਫੋਨ ਦਾ ਚੋਗਾ ਰੱਖ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਦੋਵੇਂ ਆ ਗਏ, ਮੇਜਰ ਵੀਕੇ ਮਲਹੋਤਰਾ ਅਤੇ PR ਦੁਬੇ। ਦੋਵੇਂ ਮਿੱਤਰ ਨੇ, ਦੋਵੇਂ ਛੜੇ ਛਾਣ। ਸਾਡੀ ਤਿੰਨਾਂ ਦੀ ਢਾਣੀ ਤਿਕੜੀ ਦੇ ਨਾਂ ਨਾਲ ਮਸ਼ਹੂਰ ਹੈ। 2 ਹੋਰ ਮਿੱਤਰ ਮੈਂ ਆਪਣੇ ਗੁਆਂਢੋਂ ਬੁਲਾ ਲਏ। ਸ਼ਾਮਾਂ ਤਾਂ ਪਹਿਲਾਂ ਵੀ ਅਕਸਰ ਅਸੀਂ ਤਿੰਨੇ ਇਕੱਠੇ ਗੁਜ਼ਾਰਦੇ ਸਾਂ, ਪਰ ਇਹ ਸ਼ਾਮ ਕੁਝ ਵੱਖਰੀ ਸੀ, ਘੁੱਟੀ ਵੱਟੀ ਜਿਹੀ। 5 ਜਣੇ ਅਸੀਂ 2-2 ਪੈਗ ਲੈ ਕੋਠੇ ਦੀ ਛੱਤ 'ਤੇ ਚਲੇ ਗਏ। ਅਜੇ ਅਸੀਂ ਖੜ੍ਹੇ ਹੀ ਸਾਂ ਕਿ ਮੈਨੂੰ ਧੱਕਾ ਜਿਹਾ ਲੱਗਿਆ। ਡਿੱਗਣ ਲੱਗਾ ਹੀ ਸਾਂ ਕਿ ਬੰਨੀ ਨੂੰ ਹੱਥ ਪੈ ਗਏ। ਮਲਹੋਤਰਾ ਨੇ ਪੁੱਛਿਆ, ਕੀ ਹੋਇਆ? ਮੇਰੇ ਮੂੰਹੋਂ ਨਿਕਲਿਆ, ਭੁਚਾਲ।
ਭੁਚਾਲ ਆ ਗਿਆ। ਮੈਨੂੰ ਕੋਠੀ ਦੀ ਛੱਤ ਅਜੇ ਵੀ ਹਿਲਦੀ ਲੱਗੀ। ਮੇਜਰ ਦੁਬੇ ਰੋਣ ਵਾਂਗ ਹੱਸਿਆ, ਬੋਲਿਆ, ਓ ਨੋ, ਦਿਸ ਕਾਂਟ ਹੈਪਨ, ਤੁਮਾਰਾ ਵਹਿਮ ਹੈ, ਸ਼ੀਅਰ ਇਲੂਜ਼ਨ, ਬੀ ਸਟੈਡੀ ਮੈਨ, ਡੋਂਟ ਲੂਜ਼ ਹਾਰਟ। ਦੂਜੇ ਉਖੜੇ ਸਾਨੂੰ ਦੇਖਦੇ ਰਹੇ। ਸ਼ਹਿਰ 'ਚੋਂ ਅੱਗ ਦੇ ਲਾਂਬੂ ਉੱਠ ਰਹੇ ਸਨ। ਅਸੀਂ ਉੱਥੇ ਬਹੁਤਾ ਚਿਰ ਖੜੇ ਨਾ ਰਹਿ ਸਕੇ। ਪੌੜੀਆਂ ਉਤਰੇ ਤੇ ਅੰਦਰ ਆ ਕੇ ਬੈਠ ਗਏ। ਹੌਲੀ ਕਾਹਲੀ ਪੀਣ ਲੱਗੇ। ਸਾਡੇ ਪੰਜਾਂ 'ਚੋਂ ਕੋਈ ਇੱਕ ਅੱਧ ਗੱਲ ਛੇੜਦਾ ਤਾਂ ਦੂਜੇ ਹੂੰ ਹਾਂ ਕਹਿ ਫਿਰ ਚੁੱਪ ਹੋ ਜਾਂਦੇ। ਕੋਈ ਢੰਗ ਸਿਰ ਦੀ ਗੱਲ ਨਹੀਂ ਸੀ ਤੁਰ ਰਹੀ, ਬਸ ਚੁੱਪ ਦਾ ਪਹਿਰਾ ਸੀ। ਮੈਨੂੰ ਲੱਗਿਆ ਜਿਵੇਂ ਅਸੀਂ ਵਿਸਕੀ ਨਹੀਂ ਚੁੱਪ ਪੀ ਰਹੇ ਹਾਂ। ਇਉਂ ਪਹਿਲੀ ਵੇਰਾ ਹੋ ਰਿਹਾ ਸੀ। ਦਾਰੂ ਵੀ ਨਹੀਂ ਸੀ ਚੜ੍ਹ ਰਹੀ। ਉਸ ਸਮੇਂ ਨੇ ਵੀ ਕੀ ਰੌਲਾ ਪਾਉਣਾ ਸੀ। ਬਸ ਸੂਈਆਂ ਸਰਕਦੀਆਂ ਰਹੀਆਂ। 10, 10:30, 11 ਅਲਾਰਮ ਲਾ ਦੇਣਾ ਚਾਹੀਦਾ, ਮੈਂ ਸੋਚ ਰਿਹਾ ਸਾਂ। ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ, ਬਹੁਤ ਹੀ ਹੌਲੀ ਜਿਹੀ। ਫਿਰ ਇੱਕ ਪਲ ਸਨਾਟਾ। ਘੰਟੀ ਫੇਰ ਵੱਜੀ। ਮੈਂ ਘਬਰਾ ਕੇ ਦਰਵਾਜ਼ੇ ਵੱਲ ਵਧਿਆ, ਪੁੱਛਿਆ, ਕੌਣ? ਬਾਹਰੋਂ ਕੋਈ ਨਾ ਬੋਲਿਆ। ਮੈਂ ਫੇਰ ਕਿਹਾ, ਕੌਣ ਹੈ ਬਈ? ਮੈਂ ਜੀ, ਮੱਖਣ ਸਿਉਂ। ਬੂਹਾ ਤਾਂ ਖੋਲ੍ਹੋ ਸਾਹਿਬ ਜੀ। ਆਵਾਜ਼ ਦਬਵੀਂ ਸੀ, ਪਰ ਮੈਂ ਪਛਾਣ ਲਈ। ਸਾਡਾ ਪਹਿਲਾ ਨੌਕਰ ਸੀ, ਮੱਖਣੀ। ਇਸ ਵੇਲੇ ਕਹਿ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਉਹ ਬਾਹਰ ਖੜਾ ਸੀ, ਨਾਲ ਇੱਕ ਔਰਤ, ਅਧਖੜ ਜਿਹੀ। ਮੈਂ ਇਸ਼ਾਰੇ ਨਾਲ ਉਹਨਾਂ ਨੂੰ ਅੰਦਰ ਬੁਲਾ ਲਿਆ। ਪਹਿਲਾਂ ਮੱਖਣੀ ਵੜਿਆ ਅੰਦਰ, ਮਗਰ ਔਰਤ। ਦੋਵੇਂ ਕੰਬ ਰਹੇ ਸਨ। ਖਿਆਲ ਆਇਆ, ਬਾਹਰ ਤਾਂ ਹਨੇਰੀ ਝੁੱਲੀ ਹੋਈ ਸੀ। ਕਹਿਰ ਦਾ ਠੱਕਾ। ਤੁਰਤ ਬੂਹਾ ਭੇੜ ਦਿੱਤਾ। ਬੂਹਾ ਵੱਜਿਆ ਤਾਂ ਔਰਤ ਤਰਬਕ ਕੇ ਕੰਧ ਨਾਲ ਜਾ ਲੱਗੀ। ਇੱਕ ਨਜ਼ਰ ਝਾਕੀ ਉਹ ਮੇਰੇ ਵੱਲ, ਫਿਰ ਨੀਵੀਂ ਪਾਈ ਖੜੀ ਰਹੀ। ਮੇਰੀ ਨਿਗਾਹ ਰਤਾਕੂ ਟਿਕੀ ਤਾਂ ਮੈਂ ਦੇਖਿਆ ਭਰ ਮੁਟਿਆਰ ਸੀ। ਦੇਖਣੀ ਭਾਖਣੀ ਰੂਪਵਤੀ। ਚਿਹਰਾ ਗੋਲ, ਥੋੜ੍ਹਾ ਲੰਬੂਤਰਾ, ਠੋਡੀ ਤੇ ਤਿਲ, ਰੰਗ ਪੀਲਾ ਭੂਖ। ਫੱਕ ਹੋਇਆ, ਉੱਡਿਆ। ਉਂਝ ਉਸ ਦੇ ਸਮੁੱਚੇ ਆਪੇ 'ਚੋਂ ਸਵੈ-ਮਾਨ ਦੀ ਝਲਕ ਪੈ ਰਹੀ ਸੀ, ਜੋ ਦਰਮਿਆਨੇ ਸਾਊ ਤੇ ਭਲੇ ਘਰ ਦੀਆਂ ਸੁਆਣੀਆਂ 'ਚ ਹੁੰਦੀ ਹੈ। ਮੱਖਣ ਸਿੰਘ ਇੱਕ ਪਾਸੇ ਲਿਜਾ ਕੇ ਹੌਲੀ ਜਿਹੀ ਬੋਲਿਆ, ਸਾਹਿਬ ਜੀ, ਇਹਦਾ ਘਰ ਵਾਲਾ ਮਾਰਤਾ, ਨਾਲੇ ਇਹਦਾ ਮੁੰਡਾ। ਬਲਵਈਆਂ ਦੀ ਧਾੜ ਪੈ ਗਈ ਟੁੱਟ ਕੇ ਸਾਹਿਬ। ਇਹ ਕਿਵੇਂ ਨਾ ਕਿਵੇਂ ਬਚ ਕੇ ਆ ਗਈ ਮੇਰੇ ਕੋਲ। ਉੱਥੇ ਖਤਰਾ ਜੀ ਅਜੇ, ਪਰ ਮੇਰਾ ਬਚਾਓ ਹੋ ਗਿਆ, ਬਸ ਬਚ ਗਿਆ। ਉਹਨੇ ਆਪਣੇ ਉਲਝੇ ਪਟਿਆਂ 'ਚ ਹੱਥ ਫੇਰਿਆ। ਇੱਕ ਬਿੰਦ ਮੁਰਦੇ ਹਾਣੀ ਪਸਰ ਗਈ, ਟੁੱਟੀ। ਮੈਂ ਇਹਨੂੰ ਇੱਥੇ ਲੈ ਕੇ ਆਇਆ ਵੀ ਬਚ ਜੂਗੀ। ਤੁਹਾਡੇ ਹੁੰਦਿਆਂ ਕਿਸੇ ਦੀ ਹਿੰਮਤ ਹੀ ਨਹੀਂ ਪੈਣੀ। ਕਹਿੰਦਿਆਂ ਉਹਦਾ ਗੱਚ ਭਰ ਗਿਆ ਤੇ ਫਿਰ ਅੱਖਾਂ 'ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ। ਅੱਛਾ ਕੀਆ ਕਹਿਣ ਨੂੰ ਤਾਂ ਮੈਂ ਕਹਿ ਦਿੱਤਾ, ਪਰ ਅੰਦਰੋਂ ਸ਼ਸ਼ੋਪੰਚ ਪੈ ਗਿਆ। ਮੈਨੂੰ ਆਪਣੇ ਆਪ 'ਤੇ ਗੌਰਵ ਵੀ ਹੋਇਆ ਕਿ ਮੱਖਣ ਸਿੰਘ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਹੈ। ਉਹਦੇ ਵਿੱਚ ਇਸ ਵਿਸ਼ਵਾਸ ਨੂੰ ਮੈਂ ਕਿਵੇਂ ਤੋੜ ਦਿੰਦਾ? ਜਦੋਂ ਕਿ ਇਉਂ ਸ਼ਰਨ ਵਿੱਚ ਆ ਜਾਏ ਤਾਂ ਖਤਰਾ ਮੁੱਲ ਲੈ ਕੇ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਮੇਰੇ ਅੰਦਰਲਾ ਫੌਜੀ ਜਾਗ ਪਿਆ। ਮੈਨੂੰ ਵਾਪਸ ਜਾਣਾ ਚਾਹੀਦਾ। ਕਹਿ ਕੁੰਡੀ ਖੋਲ੍ਹੋ, ਪਤਾ ਨਹੀਂ ਕਦੋਂ ਬਾਹਰ ਹੋਇਆ ਤੇ ਚਲਿਆ ਵੀ ਗਿਆ। ਇਸ ਹਾਲਤ ਵਿੱਚ ਮੈਨੂੰ ਮੱਖਣ ਸਿੰਘ ਨੂੰ ਘਰੋਂ ਨਹੀਂ ਸੀ ਤੋਰਨਾ ਚਾਹੀਦਾ, ਪਰ ਕੀ ਕਰਦਾ? ਮੈਂ ਤਾਂ ਆਪ ਸੋਚਾਂ ਵਿੱਚ ਘਿਰਿਆ ਪਿਆ ਸਾਂ। ਮੈਂ ਹਿੰਮਤ ਕਰਕੇ ਉਸ ਜਨਾਨੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੋਲੀ ਨਾ, ਨੀਵੀਂ ਪਾਈ ਖੜੀ ਰਹੀ, ਚੁੱਪ ਤਾਂ ਪਹਿਲਾਂ ਹੀ ਮੇਰੇ 'ਤੇ ਭਾਰੂ ਸੀ। ਮੈਨੂੰ ਆਪਣਾ ਆਪ ਘੜਿੱਕੀ 'ਚ ਫਸਿਆ ਜਾਪਿਆ। ਸੋਝੀ ਨਹੀਂ ਸੀ ਰਿਹਾ ਕਿ ਕੀ ਕਰਾਂ। ਮੈਂ ਆਪਣੇ ਸਾਥੀਆਂ ਕੋਲ ਗਿਆ, ਗਿਣੇ ਮਿਣੇ ਸ਼ਬਦਾਂ 'ਚ ਸਾਰੀ ਵਿਥਿਆ ਸੁਣਾਈ ਤੇ ਖੁੰਝੇ 'ਚ ਖੜੀ ਉਸ ਔਰਤ ਵੱਲ ਇਸ਼ਾਰਾ ਕੀਤਾ। ਉਹ ਤਾਂ ਪਹਿਲਾਂ ਹੀ ਉਸ ਨੂੰ ਦੇਖ ਰਹੇ ਸਨ, ਅੱਖਾਂ ਪਾੜ ਕੇ। ਉਹਨਾਂ 'ਚੋਂ 2 ਜਣੇ ਮੇਰੀ ਗੱਲ ਸੁਣ ਕੇ ਮੁਸਕਰਾਏ। ਉਹਨਾਂ ਦੀ ਮੁਸਕਾਨ ਮੈਨੂੰ ਓਪਰੀ ਲੱਗੀ, ਅਨੋਬੜ। ਫਿਰ ਉਹ 4 ਜਣੇ ਚੁੱਪਚਾਪ ਉੱਠੇ, ਦਰਵਾਜ਼ੇ ਵੱਲ ਵਧੇ, ਕੁੰਡੀ ਖੋਲ੍ਹੀ ਤੇ ਬਾਹਰ ਹੋ ਗਏ। ਇਹ ਸਭ ਕੁਝ ਮਕੈਨਿਕੀ ਢੰਗ ਨਾਲ ਹੋਇਆ, ਜਿਵੇਂ ਉਹ ਤੁਰੇ ਨਾ ਹੋਣ। ਇਹ ਅਹਿਸਾਸ ਹੋਇਆ ਮੈਨੂੰ। ਅਚਾਨਕ ਤਦੇ ਮੈਂ ਕਾਹਲੀ ਉਹਨਾਂ ਦੇ ਪਿੱਛੇ ਗਿਆ। ਦੋਵੇਂ ਛੜੇ ਦੋਸਤਾਂ ਨੂੰ ਮੈਂ ਬੇਨਤੀ ਦੇ ਲਹਿਜੇ 'ਚ ਕਿਹਾ, ਤੁਸੀਂ ਇੱਥੇ ਰਹੋ ਤਾਂ, ਤੁਹਾਨੂੰ ਕਾਹਦੀ ਕਾਹਲੀ ਹੈ? ਇੱਥੇ ਮੈਂ ਹੀ ਇਕੱਲਾ। ਬੋਲ ਮੇਰੇ ਬੁੱਲ੍ਹਾਂ 'ਚ ਲਰਜ਼ ਗਏ।
ਉਹ ਦੋਵੇਂ ਠਹਾਕਾ ਮਾਰ ਕੇ ਹੱਸੇ। ਦੁੱਬੀ ਬੋਲੇ, ਓ ਨੋ ਮੇਜਰ ਚੱਡਾ, ਸੋ ਗੁੱਡ ਲੱਕ ਮਾਈ ਚੈਪ। ਉਹਦੇ ਬੋਲ ਮੈਨੂੰ ਵਿਊ ਵਰਗੇ ਲੱਗੇ। ਉਹ ਚਲੇ ਗਏ। ਕੀ ਨਾਂ ਹੈ ਤੁਹਾਡਾ? ਔਰਤ ਤੋਂ ਮੈਂ ਪੁੱਛਿਆ। ਉਹ ਕੰਬੀ, ਬੋਲੀ ਕੁਝ ਨਾ। ਨਾਂ ਦੱਸਣ 'ਚ ਕੀ ਹਰਜ ਹੈ? ਮੈਂ ਤੁਹਾਡਾ ਦੋਖੀ ਤਾਂ ਨਹੀਂ? ਉਹ ਹਿੱਲੀ, ਉਹਦੇ ਬੁੱਲ ਕੰਬੇ, ਬੋਲਿਆ ਫਿਰ ਵੀ ਨਾ ਗਿਆ ਉੱਤੋਂ। ਘਬਰਾਓ ਨਾ ਤੁਸੀਂ, ਦੱਸੋ ਦੱਸੋ, ਮੈਂ ਹੋਰ ਵੀ ਨਰਮੀ ਨਾਲ ਆਖਿਆ। ਨਸੀਬ ਕੌਰ, ਡਰਦੀ ਝਿਜਕਤੀ ਨੇ ਆਪਣਾ ਨਾਂ ਦੱਸ ਦਿੱਤਾ। ਕੁਝ ਖਾ ਲਓ, ਤੁਸੀਂ ਭੁੱਖੇ ਹੋਵੋਗੇ। ਮੈਂ ਉਹਨੂੰ ਸਹਿਜ ਹਾਲਤ ਵਿੱਚ ਲਿਆਉਣਾ ਚਾਹੁੰਦਾ ਸਾਂ। ਉਹਨੇ ਨਾਂ ਵਿੱਚ ਸਿਰ ਹਿਲਾਇਆ। ਮੇਰੇ ਅਗਲੇ ਸਵਾਲਾਂ ਦਾ ਉਹਨੇ ਕੋਈ ਉੱਤਰ ਨਾ ਦਿੱਤਾ। ਇਸ ਵੇਲੇ ਇਹਦੀ ਮਾਨਸਿਕ ਹਾਲਤ ਠੀਕ ਨਹੀਂ, ਸਦਮੇ ਦੀ ਝੰਜੋੜੀ ਹੋਈ ਹੈ। ਸਵੇਰੇ ਸਾਰੀ ਗੱਲ ਪੁੱਛ ਲਵਾਂਗਾ। ਇਹ ਸੋਚ ਕੇ ਉਹਨੂੰ ਮੈਂ ਆਪਣੇ ਬੈਡਰੂਮ 'ਚ ਭੇਜ ਦਿੱਤਾ। ਕੁਝ ਚਿਰ ਪਿੱਛੋਂ ਦੇਖਿਆ ਉਹ ਦੁਬਕੀ ਪਈ ਸੀ, ਇਕੱਠੀ ਹੋਈ ਗਠੜੀ ਵਾਂਗ, ਗੋਡੇ ਢਿੱਡ 'ਚ ਦੇ ਕੇ। ਮੈਂ ਅਲਮਾਰੀ 'ਚੋਂ ਕੱਢ ਕੇ 2 ਕੰਬਲ ਉਹਦੇ ਉੱਤੇ ਪਾ ਦਿੱਤੇ। ਆਪ ਬਾਹਰ ਆ ਗਿਆ। ਬਾਹਰ ਆ ਅਚਾਨਕ ਮੈਨੂੰ ਖਿਆਲ ਆਇਆ, ਮੇਰਾ ਰਿਵਾਲਵਰ ਅੰਦਰ ਰਹਿ ਗਿਆ। ਇਸ ਹਾਲਤ ਵਿੱਚ ਔਰਤ ਕੁਝ ਵੀ ਕਰ ਸਕਦੀ ਹੈ। ਇਹ ਸੋਚ ਕੇ ਮੈਂ ਇੱਕਦਮ ਉੱਠਿਆ, ਅੰਦਰ ਗਿਆ, ਅਲਮਾਰੀ ਖੋਲ੍ਹੀ, ਰਿਵਾਲਵਰ ਚੁੱਕ ਉਤਾਨੂੰ ਕੀਤਾ, ਮੁੜਿਆ, ਤਰਬਕ ਗਿਆ। ਮੇਰੇ ਹੱਥ 'ਚ ਰਿਵਾਲਵਰ ਦੇਖ ਕੇ ਉਹ ਕੰਬ ਉੱਠੀ। ਮੇਰੇ ਵੱਲ ਡਰੀਆਂ ਮੋਟੀਆਂ ਫੈਲੀਆਂ ਅੱਖਾਂ ਨਾਲ ਝਾਕੀ ਤੇ ਹੱਥ ਜੋੜ ਮੂੰਹ 'ਚ ਬੁੜਬੁੜਾਈ, ਜਿਵੇਂ ਕਹਿ ਰਹੀ ਹੋਵੇ, ਨਾ ਮਾਰੋ। ਬਸ ਇੰਨੇ 'ਚ ਕਹਿਰ ਟਹਿ ਪਿਆ ਮੇਰੇ ਤੇ। ਉਹਦੀ ਮੇਰੇ ਵੱਲ ਝਾਕਣੀ, ਖੱਬੀ ਮੋਟੀ ਫੈਲੀ ਅੱਖ 'ਚ ਹੰਝੂ ਉੱਭਰਿਆ ਤੇ ਮਲਕੜੇ ਹੇਠਾਂ ਵੱਲ ਵਹਿ ਤੁਰਿਆ। ਕਿਹੀ ਅੱਖ ਸੀ, ਬੇਬਸ, ਲਾਚਾਰ, ਮੂਨ ਦੀ ਅੱਖ ਵਰਗੀ। ਮੈਂ ਦਰਵਾਜ਼ਾ ਭੇੜ ਕੇ ਬਾਹਰ ਆ ਗਿਆ। ਮੂਨ ਦੀ ਅੱਖ ਹੁਣ ਸਿੱਧੀ ਮੇਰੇ ਵੱਲ ਝਾਕ ਰਹੀ ਸੀ। ਮੈਂ ਬਾਹਰ ਬੈਠਾ ਕਿੰਨਾ ਹੀ ਚਿਰ ਸੋਚਦਾ ਰਿਹਾ। ਅੱਖ ਮੇਰੇ ਵੱਲ ਝਾਕਦੀ ਰਹੀ, ਮੇਜ਼ ਤੋਂ, ਛੱਤ ਤੋਂ, ਕੰਧਾਂ 'ਚੋਂ, ਹਰ ਉਸ ਸ਼ੈ 'ਚੋਂ ਜਿਸ ਵੱਲ ਮੈਂ ਦੇਖਦਾ ਸਾਂ। ਬਚਪਨ 'ਚ ਵਾਪਰਿਆ ਇੱਕ ਹਾਦਸਾ ਯਾਦ ਆ ਗਿਆ ਮੈਨੂੰ। 10-12 ਵਰ੍ਹਿਆਂ ਦਾ ਸੀ ਮੈਂ ਉਦੋਂ। ਇੱਕ ਦਿਨ ਕੁਝ ਬੰਦੇ ਸ਼ਿਕਾਰ ਖੇਡਣ ਗਏ ਪਿੰਡੋਂ ਬਾਹਰ, ਰੋਹੀਆਂ 'ਚ। ਮੈਂ ਵੀ ਨਾਲ ਹੋ ਤੁਰਿਆ। ਸਾਰਾ ਦਿਨ ਕੋਈ ਸ਼ਿਕਾਰ ਨਾ ਮਿਲਿਆ, ਨਾ ਸੈਹਾ, ਨਾ ਤਿੱਤਰ, ਨਾ ਬਟੇਰ। ਬਥੇਰਾ ਸ਼ਿਸ਼ਕੇਰਿਆ ਕੁੱਤਿਆਂ ਨੂੰ, ਕੋਈ ਸ਼ਿਕਾਰ ਨਾ ਨਿਕਲਿਆ ਸਾਹਮਣੇ। ਆਥਣ ਉੱਤਰ ਰਹੀ ਸੀ। ਅਸੀਂ ਥੱਕੇ ਹਾਰੇ ਟਿੱਬਿਆਂ ਉੱਤੋਂ ਦੀ ਪਿੰਡ ਨੂੰ ਮੁੜ ਰਹੇ ਸਾਂ। ਅਚਾਨਕ ਇੱਕ ਟਿੱਬੇ ਓਹਲਿਓਂ ਚੁੰਗੀਆਂ ਭਰਦੀ ਇੱਕ ਮੂਨ ਸਾਹਮਣੇ ਆ ਗਈ। ਸ਼ਿਕਾਰੀਆਂ ਦੀਆਂ ਵਾਛਾਂ ਖਿੜ ਗਈਆਂ। ਰਫਲ ਵਾਲੇ ਨੇ ਗੋਡਿਆਂ ਭਰ ਹੋ ਕੇ ਸ਼ਿਸ਼ਤ ਬੰਨੀ। ਮੂਨ ਛਾਲ ਮਾਰ ਕੇ ਪਰਾਂ ਹੋ ਗਈ। ਉਹਨੇ ਫਿਰ ਸ਼ਿਸ਼ਤ ਲਾਈ। ਮੂਨ ਫਿਰ ਚੁੰਗੀ ਭਰ ਕੇ ਇੱਕ ਪਾਸੇ ਹੋ ਗਈ। ਜੀਵਨ ਮੌਤ ਦੀ ਇਹ ਖੇਲ ਕੁਝ ਪਲ ਜਾਰੀ ਰਹੀ। ਅਖੀਰ ਉਹ ਸਾਡੇ ਸਾਹਮਣੇ ਆ ਖੜੀ ਹੋਈ, ਅਣਜਾਣ, ਅਣਭੋਲ ਤੇ ਠਾਹ ਕਰਕੇ ਗੋਲੀ ਚੱਲੀ। ਸਾਡੇ ਦੇਖਦਿਆਂ ਉਹ ਟਿੱਬੇ ਉੱਤੇ ਡਿੱਗੀ, ਤੜਫਣ ਲੱਗੀ। ਸ਼ਿਕਾਰੀ ਚਾਂਗਰਾਂ ਮਾਰਦੇ ਉਸ ਵੱਲ ਵਧੇ। ਮੈਂ ਵੀ ਉਹਦੇ ਕੋਲ ਜਾ ਖੜਾ ਹੋਇਆ। ਥੋੜ੍ਹਾ ਹਟ ਕੇ ਉਹ ਅਜੇ ਵੀ ਤੜਫ ਰਹੀ ਸੀ, ਮੇਰੇ ਵੱਲ ਦੇਖ ਰਹੀ ਸੀ। ਮੋਟੀਆਂ ਅੱਖਾਂ ਉਹਦੀਆਂ ਹੋਰ ਵੀ ਫੈਲ ਗਈਆਂ ਸਨ। ਫਿਰ ਮੇਰੇ ਵੱਲ ਦੇਖਦੀ ਉਹਦੀ ਖੱਬੀ ਮੋਟੀ ਫੈਲੀ ਹੋਈ ਅੱਖ 'ਚੋਂ ਹੰਝੂ ਨਿਕਲਿਆ ਤੇ ਉਹਦੀ ਗੱਲ 'ਤੇ ਵਹਿ ਤੁਰਿਆ। ਅੱਖ ਹੁਣ ਵੀ ਮੈਨੂੰ ਦੇਖ ਰਹੀ ਸੀ। ਮੇਰੇ ਕਮਰੇ ਦੀ ਹਰ ਸ਼ੈ 'ਚੋਂ ਬਾਹਰ ਬੈਠਾ ਮੈਂ ਬੜਾ ਕੁਝ ਸੋਚਦਾ ਰਿਹਾ। ਮੇਰੀ ਹਾਲਤ ਰਫਲ ਵਾਲੇ ਉਸ ਸ਼ਿਕਾਰੀ ਵਰਗੀ ਸੀ, ਜੋ ਮੈਂ ਵੀ ਚਾਹੁੰਦਾ ਕਰ ਸਕਦਾ ਸਾਂ। ਜੋ ਵੀ ਮੇਰੀ ਕੋਠੀ ਦੇ ਬੈਡਰੂਮ 'ਚ ਇੱਕ ਔਰਤ ਪਈ ਸੀ, ਅਬਲਾ, ਬੇਬਸ ਤੇ ਲਾਚਾਰ, ਉਸ ਮੂਨ ਵਰਗੀ। ਕਿੰਨੇ ਹੀ ਖਿਆਲ ਆਏ ਉਸ ਰਾਤ, ਪਾਪ ਵਰਗੇ, ਪੁੰਨ ਵਰਗੇ। ਸੋਚਦਾ ਪਤਾ ਨਹੀਂ ਕਦੋਂ ਮੈਂ ਸੌਂ ਗਿਆ। ਸਵੇਰੇ ਦਿਨ ਚੜ੍ਹੇ ਉੱਠਿਆ ਮੈਂ। ਬੈਡਰੂਮ ਦਾ ਦਰਵਾਜ਼ਾ ਬੰਦ ਸੀ। ਨਹਾਤਾ ਧੋਤਾ, ਕਮਰੇ ਦੀਆਂ ਚੀਜ਼ਾਂ ਵਸਤਾਂ ਇੱਧਰ ਉੱਧਰ ਸੰਭਾਲਦਾ ਰਿਹਾ। ਬੂਹਾ ਅਜੇ ਵੀ ਬੰਦ ਸੀ। ਪਤਾ ਨਹੀਂ ਕਿੰਨੀਆਂ ਰਾਤਾਂ ਜਾਗਦੀ ਰਹੀ ਹੋਵੇਗੀ। ਹੁਣ ਅੰਦਰ ਘੂਕ ਸੁੱਤੀ ਪਈ ਹੈ। ਉੱਠੇਗੀ ਤਾਂ ਇਕੱਠੇ ਚਾਹ ਪੀਵਾਂਗੇ, ਗੱਲਾਂ ਕਰਾਂਗੇ, ਦੁੱਖ ਸੁੱਖ ਸਾਂਝੇ ਕਰਾਂਗੇ। ਗੱਲ ਸ਼ੁਰੂ ਕਿਵੇਂ ਕਰਾਂਗਾ, ਸੋਚਦਾ ਰਿਹਾ।
ਆਖਰ ਚਾਹ ਬਣਾ ਲਈ। ਹੌਲੀ ਜਿਹੀ ਦਸਤਕ ਦਿੱਤੀ ਮੈਂ। ਫਿਰ ਜ਼ੋਰ ਦੀ ਖੜਕਾਇਆ ਬੂਹਾ। ਨਾ ਉਹ ਬੋਲੀ, ਨਾ ਬੂਹਾ ਹੀ ਖੋਲ੍ਹਿਆ। ਮੈਂ ਹੌਲੀ ਜਿਹੀ ਧੱਕਾ ਦੇ ਕੇ ਬੂਹਾ ਖੋਲ੍ਹਿਆ। ਅੰਦਰ ਝਾਕਿਆ। ਉਹ ਲੰਬੀ ਪਈ ਸੀ, ਸਿੱਧੀ ਸਤੌਰ, ਅੱਖਾਂ ਟੱਡੀਆਂ ਹੋਈਆਂ। ਮੈਂ ਬੌਂਦਲ ਗਿਆ। ਬਾਹਰ ਆ ਕਮਲਿਆਂ ਵਾਂਗ ਕਮਰੇ 'ਚ ਚੱਕਰ ਕੱਟਣ ਲੱਗ ਪਿਆ। ਫਿਰ ਹਿੰਮਤ ਕਰਕੇ ਮੇਜਰ ਮਲਹੋਤਰਾ ਨੂੰ ਟੈਲੀਫੋਨ ਕੀਤਾ। ਉਹ ਤੇ ਦੂਬੇ ਦੋਵੇਂ ਆ ਗਏ। ਗੁਆਂਢੀ ਵੀ ਬੁਲਾ ਲਏ। ਅੰਦਰ ਗਏ। ਮਲਹੋਤਰਾ ਨੇ ਅੱਗੇ ਵੱਧ ਕੇ ਉਹਦੀਆਂ ਖੁੱਲ੍ਹੀਆਂ ਫੈਲੀਆਂ ਅੱਖਾਂ ਬੰਦ ਕਰ ਦਿੱਤੀਆਂ। ਮੌਤ ਦੀ ਖਬਰ ਉਸੇ ਵੇਲੇ ਹੈੱਡਕੁਆਰਟਰ ਨੂੰ ਦੇ ਦਿੱਤੀ ਗਈ। ਹੁਣ ਉਹ ਸਮਝਦੇ ਨੇ ਇਹ ਗੁਨਾਹ ਮੈਂ ਕੀਤਾ ਹੈ। ਮੈਨੂੰ ਪਰਵਾਹ ਨਹੀਂ ਕਿ ਉਹ ਮੈਨੂੰ ਸਜ਼ਾ ਦੇਣਗੇ ਕਿ ਬਰੀ ਕਰ ਦੇਣਗੇ, ਪਰ ਇੱਕ ਗੱਲ ਤੋਂ ਮੈਂ ਜਿਉਂਦੇ ਜੀ ਕਦੇ ਮੁਕਤ ਨਹੀਂ ਹੋਣਾ, ਆਪਣੇ ਧੁਰ ਅੰਦਰਲੇ ਗੁਨਾਹ ਦੇ ਅਹਿਸਾਸ ਤੋਂ। ਉਹ ਇਹ ਕਿ ਉਸ ਰਾਤ ਮੈਂ ਉਸ ਕੋਲ ਕਿਉਂ ਨਾ ਪਿਆ। ਜੇ ਇਉਂ ਕਰਦਾ ਤਾਂ ਸ਼ਾਇਦ ਉਹ ਬਚ ਜਾਂਦੀ। ਇਹ ਸੀ ਕਹਾਣੀ ਮੌਨ ਦੀ ਅੱਖ। ਮੌਨ ਦੀ ਅੱਖ ਕਹਾਣੀ 1984 ਦੀ ਉਸ ਘਟਨਾ ਨਾਲ ਸੰਬੰਧਿਤ ਹੈ ਜਦੋਂ 2 ਸਿੱਖ ਨੌਜਵਾਨ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੰਦੇ ਹਨ। ਸਾਰੀ ਸਿੱਖ ਕੌਮ ਨੂੰ ਹੀ ਇਸ ਲਈ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਫੌਜ ਨੂੰ ਕਾਰਜਹੀਨ ਕਰ ਦਿੱਤਾ ਜਾਂਦਾ ਹੈ ਅਤੇ ਸ਼ਿਕਾਰੀਆਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਜਾਂਦੀ ਹੈ। ਉਹ ਚਾਂਗਰਾਂ ਮਾਰਦੇ ਹੋਏ ਬੇਕਸੂਰ ਸਿੱਖਾਂ ਦਾ ਸ਼ਿਕਾਰ ਕਰਦੇ ਹਨ। ਅਜਿਹੇ ਹਾਲਾਤਾਂ ਵਿੱਚ ਮੇਜਰ ਚੱਢਾ ਵਰਗੇ ਲੋਕ ਚਾਹੁੰਦੇ ਹੋਏ ਵੀ ਇਹਨਾਂ ਮਾਸੂਮਾਂ ਨੂੰ ਬਚਾਉਣ ਤੋਂ ਅਸਮਰੱਥ ਰਹਿੰਦੇ ਹਨ।